ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੰਗਲਿਸ਼ ਪੈਡਾਗੋਜੀ ਦੇ ਜਿਹੜੇ ਇੰਪੋਰਟੈਂਟ ਕੁਐਸਚਨਸ ਨੇ, ਪ੍ਰੀਵੀਅਸ ਈਅਰ ਦੇ ਜਿਹੜੇ ਕੁਐਸਚਨਸ ਨੇ ਆਪਾਂ ਇਹਦੇ ਵਿੱਚ ਕਰਾਂਗੇ। ਠੀਕ ਹੈ ਜੀ। ਸੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਸ਼ੁਰੂ ਕਰੀਏ, ਜੋ ਵੀ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਸੋ ਜਿਹੜਾ ਪਹਿਲਾ ਕੁਐਸਚਨ ਹੈ ਅੱਜ ਦੀ ਵੀਡੀਓ ਦਾ, ਉਹ ਹੈ ਜੀ ਵਿਚ ਵਨ ਇਜ਼ ਨਾਟ ਅ ਮੈਥਡ ਆਫ ਟੀਚਿੰਗ ਸਪੈਲਿੰਗਸ? ਏ ਡਿਕਟੇਸ਼ਨ, ਬੀ ਡਿਕਸ਼ਨਰੀ, ਸੀ ਡਰਿਲ ਜਾਂ ਫਿਰ ਡੀ ਆਪਸ਼ਨ ਡਰਾਮੇਟਾਈਜੇਸ਼ਨ। ਸੋ ਕਿਹੜਾ ਨਹੀਂ ਹੈਗਾ? ਸੋ ਜਿਹੜਾ ਡੀ ਆਪਸ਼ਨ ਹੈ ਉਹ ਬਿਲਕੁਲ ਸਹੀ ਹੈ ਜੀ, ਡਰਾਮੇਟਾਈਜੇਸ਼ਨ। ਠੀਕ ਹੈ ਜੀ। ਅੱਗੇ ਜਾਂਦੇ ਹਾਂ ਜੀ। When grammar is taught not as a separate subject but along with the graded readers, it is A. traditional grammar, B. functional grammar, C. comparative grammar ਜਾਂ D. all of the above। ਸੋ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ B, ਫੰਕਸ਼ਨਲ ਗ੍ਰਾਮਰ ਜਿਹੜਾ ਇਹਦਾ ਬਿਲਕੁਲ ਸਹੀ ਆਨਸਰ ਹੈ। ਠੀਕ ਹੈ ਜੀ। ਅੱਗੇ ਜਾਂਦੇ ਹਾਂ ਜੀ ਕੁਐਸਚਨ। 2 and 2 makes 4, this sentence is imperative, optive, assertive ਜਾਂ exclamatory। ਠੀਕ ਹੈ ਜੀ। ਸੋ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ C, assertive। ਠੀਕ ਹੈ ਜੀ। ਸੋ ਅਗਲਾ ਕੁਐਸਚਨ ਹੈ ਜੀ, which of the following is a method for teaching reading? ਠੀਕ ਹੈ ਜੀ। ਇਹਨਾਂ ਵਿੱਚੋਂ ਕਿਹੜਾ ਮੈਥਡ ਹੈ ਜੀ ਰੀਡਿੰਗ ਲਈ, ਜਿਹੜਾ ਹੈ ਜਦੋਂ ਅਸੀਂ ਬੱਚਿਆਂ ਨੂੰ ਰੀਡਿੰਗ ਕਰਨੀ ਸਿਖਾਉਂਦੇ ਹਾਂ। ਠੀਕ ਹੈ ਜੀ। ਸੋ ਪਹਿਲਾ ਆਪਸ਼ਨ ਹੈ ਜੀ ਅਲਫਾਬੈਟਿਕ, ਬੀ ਸੈਂਟੈਂਸ, ਫੋਨਿਕ ਜਾਂ ਡੀ ਆਲ ਆਫ ਦਾ ਅਬਵ। ਸੋ ਜਿਹੜੇ ਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਹੈ ਜੀ, ਆਲ ਆਫ ਦਾ ਅਬਵ। ਠੀਕ ਹੈ ਜੀ। ਇਹ ਸਾਰੇ ਹੀ ਜਿਹੜੇ ਰੀਡਿੰਗ ਬੱਚੇ ਨੂੰ ਟੀਚ ਕਰਨ ਦੇ ਮੈਥਡ ਨੇ। ਫੰਕਸ਼ਨਲ ਗ੍ਰਾਮਰ ਇਜ਼ ਆਲਸੋ ਨੋਨ ਐਜ਼, ਫੰਕਸ਼ਨਲ ਗ੍ਰਾਮਰ ਜਿਹੜੀ ਉਹਨੂੰ ਹੋਰ ਕੀ ਕਿਹਾ ਜਾਂਦਾ ਆ, ਉਹਨੂੰ ਕੀ ਕਿਹਾ ਜਾਂਦਾ ਜੀ? ਉਹਨੂੰ ਕਿਹਾ ਜਾਂਦਾ, ਬੀ ਆਪਸ਼ਨ ਸਹੀ ਹੈ ਜੀ, ਡੈਸਕ੍ਰਿਪਟਿਵ ਜਿਹੜੀ ਗ੍ਰਾਮਰ ਹੈ ਇਸ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ। Which among these is not a psychological principle of the learning and acquisition of language? ਠੀਕ ਹੈ ਜੀ। ਸੋ ਇਹ ਮੋਟੀਵੇਸ਼ਨ, ਸਟ੍ਰੈਸ ਫਰੀ ਇਨਵਾਇਰਮੈਂਟ, ਰਿਨਫੋਰਸਮੈਂਟ ਜਾਂ ਫ੍ਰੀਕੁਐਂਟ ਰਿਵਿਊ। ਸੋ ਜਿਹੜੇ ਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਬੀ ਹੈ ਜੀ, ਸਟ੍ਰੈਸ ਫਰੀ ਇਨਵਾਇਰਮੈਂਟ। ਅਗਲਾ ਕੁਐਸਚਨ ਹੈ ਜੀ 33, ਦਾ ਸਿਲੇਬਸ, the teaching and testing materials and the classroom teaching are planned carefully on the basis of frequent of counts of words and structures using the principle of selection, gradation and presentation in a systematic manner. This statement holds true for A. structural approach, B. grammar translation method, audio lingual method ਜਾਂ bilingual method। ਸੋ ਜਿਹੜੇ ਇਹਦਾ ਸਹੀ ਆਨਸਰ ਆਪਸ਼ਨ ਨੰਬਰ A, structural approach। ਅਗਲਾ ਕੁਐਸਚਨ ਦੇਖਦੇ ਹਾਂ ਜੀ। An expression of the meaning of a word or phrase using the other word or phrases, often in an attempt to make the meaning easier to understand, is known as A. synonym, paraphrase, C. anagram ਜਾਂ alliteration। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਪੈਰਾਫਰੇਜ਼, ਜਿਹਦੇ ਵਿੱਚ ਅਸੀਂ ਸਾਡੇ ਕੋਲ ਅਗਰ ਕੋਈ ਪੈਰਾ ਦਿੱਤਾ ਹੋਇਆ, ਅਸੀਂ ਉਹਨੂੰ ਆਪਣੀ ਲੈਂਗੁਏਜ ਦੇ ਵਿੱਚ ਅਗਰ ਅਸੀਂ ਲਿਖਣਾ ਉਹਨੂੰ ਆਪਾਂ ਪੈਰਾਫਰੇਜ਼ ਕਹਿ ਦਿੰਦੇ ਹਾਂ। ਅਗਲਾ ਕੁਐਸਚਨ ਦੇਖਦੇ ਹਾਂ ਜੀ। ਦੇਅਰ ਵਨਸ ਵਾਜ਼ ਅ ਵੂਮਨ ਨੇਮਡ ਬਨੀ whose smile was so happy and funny. People's name she forget, but that worried her not. She simply called all them honey। ਠੀਕ ਹੈ ਜੀ। ਇਹ ਕਹਿੰਦੇ ਕਿ above lines are example of tongue twister, limerick, ਓਡੀ ਜਾਂ ਇਲੋਜੀ। ਠੀਕ ਹੈ ਜੀ। ਜਿਹੜੇ ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ ਬੀ ਹੈ ਜੀ, ਲਿਮਰਿਕ। ਇਹ ਇੱਕ ਤਰ੍ਹਾਂ ਦੀ ਜੀ ਪੋਇਟਰੀ ਦੀ ਜਿਹੜੀ ਹੈ, ਇੱਕ ਤਰ੍ਹਾਂ ਦਾ ਲਿਖਣ ਦਾ ਜਿਹੜਾ ਤਰੀਕਾ ਹੈ। ਠੀਕ ਹੈ ਜੀ। ਅਤੇ ਉਹਦਾ ਹੀ ਇੱਕ ਐਗਜ਼ਾਮਪਲ ਹੈ ਇਹ। mental pictures or impressions created by or accompanying words or sentences is known as
अ पार्ट ऑफ स्पीच, इमेजरी, फिगर्स ऑफ स्पीच ਜਾਂ एनालॉजीज। सो ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਬੀ, ਇਮੇਜਰੀ। Which of the following statements is true about grammar translation method? Grammar translation method ਦਾ ਜਿਹੜਾ ਹੈ ਜੀ ਕਿਹੜੀ ਸਟੇਟਮੈਂਟ ਇਹਦੇ ਵਿੱਚ ਟਰੂ ਹੈ? The teacher must know both the languages, ਜਾਂ spoken aspect of the language is not to be stressed, grammar rules are to be memorized, ਜਾਂ exercises are mostly sentence based। ਠੀਕ ਹੈ ਜੀ, ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਡੀ। ਠੀਕ ਹੈ ਜੀ, ਸੋ ਜਿਹੜੀਆਂ ਉੱਪਰ ਚਾਰੇ ਜਿਹੜੀਆਂ ਲਾਈਨਸ ਦਿੱਤੀਆਂ ਨੇ ਚਾਰੇ ਹੀ ਬਿਲਕੁਲ ਸਹੀ ਹੈ। ਠੀਕ ਹੈ ਜੀ, ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ। ਅਗਲਾ ਕੁਐਸਚਨ ਹੈ ਜੀ ਵਰਡਸ ਲਾਈਕ ਬ੍ਰੀਕ, ਬ੍ਰੇਕ ਜਾਂ ਪੀਸ ਆਰ ਐਗਜ਼ਾਮਪਲਸ ਆਫ। ਠੀਕ ਹੈ ਜੀ, ਹੋਮੋਨੀਅਮਸ, ਹੋਮੋਗਰਾਫ, ਹੋਮੋਫੋਨਸ ਜਾਂ ਐਕਰੋਨੀਅਮਸ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਸੀ ਹੈ, ਹੋਮੋਫੋਨਸ। ਜਿਹੜੇ ਬੋਲਣ ਦੇ ਵਿੱਚ ਜਿਹੜੇ ਇੱਕ ਸੇਮ ਹੁੰਦੇ ਨੇ ਪਰ ਮੀਨਿੰਗ 'ਚ ਫਰਕ ਹੁੰਦਾ ਹੈ। An approach to language teaching which seeks to focus on language in its entirely rather than breaking it down into separate components such as reading, listening, writing, grammar, etc. is known as audiolingual method, silent way, grammar translation ਜਾਂ holistic approach। ਸੋ ਇਹਦਾ ਆਨਸਰ ਹੈ ਜੀ ਡੀ, holistic approach। Which of these is not the correct in grammar translation method? ਕਿਹੜਾ grammar translation method ਦੇ ਨਾਲ ਰਿਗਾਰਡਿੰਗ ਕਰੈਕਟ ਨਹੀਂ ਹੈਗੀ ਚੋਂ? Reading and writing are the main focus. The sentence is the basic unit of teaching and language practice. Grammar is taught inductively ਜਾਂ accuracy is emphasized। ਠੀਕ ਹੈ ਜੀ, ਸੋ ਜਿਹੜਾ 40 ਹੈ ਇਹਦਾ ਆਨਸਰ ਹੈ ਜੀ ਸੀ ਆਪਸ਼ਨ ਜਿਹੜਾ ਹੈ ਉਹ ਸਹੀ ਹੈ। ਮਤਲਬ ਕੁਐਸਚਨ ਦੇ ਮੁਤਾਬਿਕ ਜਿਹੜਾ ਉਹ ਗਲਤ ਹੈ। ਜਿਵੇਂ ਉਹਨਾਂ ਨੇ ਪੁੱਛਿਆ ਕਿ ਨੋਟ ਕਰੈਕਟ ਦੱਸਣਾ ਹੈ ਕਿ ਗ੍ਰਾਮਰ ਇਜ਼ ਟੌਟ ਇੰਡਕਟਿਵਲੀ। 41 ਦੇਖਦੇ ਹਾਂ ਜੀ, ਪੈਸਿਵ ਵੋਕੈਬਲਰੀ ਮੀਨਸ ਦੈਟ ਲਰਨਰਸ। ਠੀਕ ਹੈ ਜੀ, ਅੰਡਰਸਟੈਂਡ ਦਾ ਮੀਨਿੰਗ ਬਟ ਕੈਨੋਟ ਯੂਜ਼ ਦੈਮ, are clueless about the meanings of the word, use the word without knowing their meaning, ਜਾਂ know the meaning of the word but hardly we use them। ਸੋ 41 ਦਾ ਜਿਹੜਾ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਹੈ ਜੀ। ਜਿਹਨਾਂ ਦਾ ਮੀਨਿੰਗ ਸਾਨੂੰ ਪਤਾ ਹੁੰਦਾ ਹੈ ਬਟ ਹਾਰਡਲੀ ਅਸੀਂ ਇਹਨੂੰ ਯੂਜ਼ ਕਰਦੇ ਹਾਂ ਉਹ ਹੁੰਦੇ ਪੈਸਿਵ। ਸਿਮੈਂਟਿਕਸ ਇਜ਼ ਦਾ ਸਟੱਡੀ ਆਫ ਵੋਕੈਬਲਰੀ, ਸਾਊਂਡ, ਸਿੰਟੈਕਸ ਜਾਂ ਗ੍ਰਾਮਰ। ਸੋ 42 ਦਾ ਜਿਹੜਾ ਆਨਸਰ ਹੈ ਜੀ ਆਪਸ਼ਨ ਨੰਬਰ ਏ, ਵੋਕੈਬਲਰੀ। ਆਲਵੇਜ਼ ਐਂਡ ਨੈਵਰ ਆਰ ਕੀ ਨੇ ਜੀ? ਇਹ ਐਡਜੈਕਟਿਵ ਨੇ, ਨਾਊਨ ਨੇ, ਵਰਬ ਨੇ ਜਾਂ ਐਡਵਰਬ। ਸੋ ਇਹਦਾ ਆਨਸਰ ਹੈ ਜੀ ਆਪਸ਼ਨ ਨੰਬਰ ਡੀ, ਐਡਵਰਬ ਹੈ। ਵਿਚ ਆਫ ਦਾ ਫੋਲੋਇੰਗ ਲੈਟਰ ਇਜ਼ ਮੋਸਟ ਆਫਨ ਨੋਟ ਪ੍ਰੋਨਾਊਂਸਡ ਬਿਫੋਰ ਅ ਕੌਨਸੋਨੈਂਟ? ਕੌਨਸੋਨੈਂਟ ਤੋਂ ਪਹਿਲਾਂ ਇਹਨਾਂ 'ਚੋਂ ਕਿਹੜਾ ਅੱਖਰ ਹੈ ਜਿਹੜਾ ਨਹੀਂ ਪ੍ਰੋਨਾਊਂਸਡ ਜਿਹੜਾ ਹੈ ਕੀਤਾ ਜਾਂਦਾ? ਸੋ ਇਹਦਾ ਜਿਹੜਾ ਆਨਸਰ ਪੁੱਛ ਰਹੇ ਨੇ ਕਿ ਜੀ ਪੀ ਹੈ, ਆਰ ਹੈ, ਐਨ ਹੈ ਜਾਂ ਐਸ ਹੈ। ਸੋ ਇਹਦਾ ਆਨਸਰ ਹੈ ਜੀ ਆਪਸ਼ਨ ਨੰਬਰ ਬੀ, ਆਰ। ਫੋਨੋਲੋਜੀ ਇਜ਼ ਦਾ ਸਟੱਡੀ ਆਫ ਗ੍ਰਾਮਰ, ਵੋਕੈਬਲਰੀ, ਸਾਊਂਡ ਜਾਂ ਸੈਂਟੈਂਸ। ਸੋ ਫੋਨੋਲੋਜੀ ਮਤਲਬ ਫੋਨ, ਜਿਵੇਂ ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ, ਇਹਦਾ ਲਿੰਕ ਹੁੰਦਾ ਹੈ ਜੀ ਸਾਊਂਡ ਦੇ ਨਾਲ। ਸੋ ਸੀ ਆਪਸ਼ਨ ਜਿਹੜਾ ਹੈ ਬਿਲਕੁਲ ਸਹੀ ਹੈ। ਵੈਨ ਸਕੀਮਿੰਗ ਵੀ ਰੀਡ ਟੂ, ਜਦੋਂ ਅਸੀਂ ਸਕੀਮਿੰਗ ਕਰਦੇ ਹਾਂ ਅਸੀਂ ਕੀ ਕਰਦੇ ਹਾਂ? ਲੋਕੇਟ ਸਪੈਸੀਫਿਕ ਇਨਫੋਰਮੇਸ਼ਨ, ਅਰਾਈਵ ਐਟ ਦਾ ਜਿਸਟ, ਡਰਾਈਵ ਪਲੈਜ਼ਰ ਜਾਂ ਵਾਈਡਨ ਅਵਰ ਨੌਲੇਜ। ਸੋ ਇਹਦਾ ਬੀ ਆਨਸਰ ਬਿਲਕੁਲ ਸਹੀ ਹੈ ਜੀ, ਅਰਾਈਵ ਐਟ ਦਾ ਜਿਸਟ। ਠੀਕ ਹੈ, ਜਿਸਟ ਮਤਲਬ ਹੁੰਦਾ ਹੈ ਕਿ ਜਰਨਲ ਮੀਨਿੰਗ। ਠੀਕ ਹੈ ਜੀ। ਐਟ ਪ੍ਰਾਇਮਰੀ ਲੈਵਲ ਇਟ ਇਜ਼ ਬੈਟਰ ਟੂ ਟੀਚ ਇਨ ਮਦਰ ਟੰਗ ਬਿਕੋਜ਼ ਇਟ ਡਿਵੈਲਪਸ ਸੈਲਫ ਕੌਨਫੀਡੈਂਸ ਇਨ ਚਿਲਡਰਨ, make learning easy for children, help in intellectual development ਜਾਂ help the children to learn in natural surrounding। so D option ਸਹੀ ਹੈ ਜੀ, help the children to learn in natural surrounding। so ਅੱਗੇ ਦੇਖਦੇ ਹਾਂ ਜੀ। a teacher of class 3rd reads a story from a textbook to her learners, her next step should be to ask the learner, ਕੀ ਹੋਵੇਗਾ ਜੀ ਉਹਦਾ ਅਗਲਾ ਸਟੈਪ? ਅਬਾਊਟ ਦਾ ਮੋਰਲ ਆਫ ਦਾ ਸਟੋਰੀ, ਟੂ ਮਾਰਕ ਡਿਫਰੈਂਟ ਵਰਡ, ਦਾ ਜਿਸਟ ਆਫ ਦਾ ਸਟੋਰੀ ਜਾਂ ਵਟ ਦੇ ਲਾਈਕਡ ਐਂਡ ਇੰਜੋਇਡ ਇਨ ਦਾ
ਸਟੋਰੀ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੋਊਗਾ ਜੀ ਆਪਸ਼ਨ ਨੰਬਰ ਡੀ, ਕਿ ਉਹ ਬੱਚਿਆਂ ਨੂੰ ਪੁੱਛੇਗੀ ਕਿ ਤੁਹਾਨੂੰ ਕੀ ਪਸੰਦ ਕੀਤਾ ਅਤੇ ਤੁਸੀਂ ਕੀ ਇੰਜੋਏ ਕੀਤਾ। ਅਗਲਾ ਕੁਐਸਚਨ ਹੈ ਜੀ, ਆਪਾਂ ਇਹਦੇ ਨਾਲ ਨਾਲ ਹੀ ਦੇਖੀ ਜਾਂਦੇ ਹਾਂ। ਫਾਈਂਡ ਦਾ ਵਰਡ ਓਪੋਜ਼ਿਟ ਇਨ ਦਾ ਮੀਨਿੰਗ ਟੂ ਇਨਸਪਿਡ। ਠੀਕ ਹੈ ਜੀ, ਇਹਦਾ ਜਿਹੜਾ ਮੀਨਿੰਗ ਹੈ ਕਹਿੰਦੇ ਇਹਦਾ ਓਪੋਜ਼ਿਟ ਮੀਨਿੰਗ ਕੀ ਹੋਏਗਾ, ਅਤੇ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਜੀ ਆਪਸ਼ਨ ਨੰਬਰ ਡੀ, ਸੈਵੋਰੀ। ਠੀਕ ਹੈ ਜੀ। ਸੋ ਅਗਲਾ ਕੁਐਸਚਨ ਦੇਖਦੇ ਹਾਂ। A child studying in class 3rd says, I drank the water. It indicates that the child has not learnt grammar rules properly, doesn't know how to frame proper sentences, has overgeneralized the rule for making past tense verb, yeah, is careless and need to be told that she should be conscious of such errors. ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਜੀ ਆਪਸ਼ਨ ਨੰਬਰ ਸੀ, ਕਿ ਹੈਜ਼ ਓਵਰ ਜਨਰਲਾਈਜ਼ਡ ਦਾ ਰੂਲ ਫॉर ਮੇਕਿੰਗ ਪਾਸਟ ਟੈਂਸ ਵਰਬਸ। 56 ਹੈ ਜੀ, ਆਈਡੈਂਟੀਫਾਈ ਦਾ ਕਰੈਕਟ ਪੈਸਿਵ ਵੋਇਸ ਆਫ ਸੈਂਟੈਂਸ। ਓਬੇ ਮੀ, ਓਬੇ ਮੀ ਦਾ ਪੈਸਿਵ ਵੋਇਸ ਜਿਹੜਾ ਬਣਾਉਣਾ ਹੈ ਉਹ ਕੀ ਹੋਵੇਗਾ? ਆ ਸ਼ੁੱਡ ਬੀ ਓਬੇਡ, ਲੈਟ ਆਈ ਬੀ ਓਬੇਡ, ਜਾਂ ਬੋਥ ਏ ਐਂਡ ਬੀ, ਜਾਂ ਨਨ ਆਫ ਦੀ। ਸੋ ਇਹਦਾ ਜਿਹੜਾ ਸਹੀ ਆਨਸਰ ਆਪਸ਼ਨ ਨੰਬਰ ਸੀ। ਠੀਕ ਹੈ ਜੀ, ਬੋਥ ਏ ਐਂਡ ਬੀ। ਅਗਲਾ ਦੇਖ ਲੈਂਦੇ ਹਾਂ ਜੀ। ਫਾਈਂਡ ਦਾ ਐਪਰੋਪਰੀਏਟ ਪ੍ਰੈਪੋਜੀਸ਼ਨ ਟੂ ਫਿਲ ਇਨ ਸੈਂਟੈਂਸ ਸ਼ੀ ਲਿਵਜ਼ ਡੈਸ਼ ਮੁੰਬਈ। ਸੋ ਇਹਦਾ ਆਨਸਰ ਹੈ ਜੀ ਬੀ, ਸ਼ੀ ਲਿਵਜ਼ ਇਨ ਮੁੰਬਈ। ਵਿਚ ਟਾਈਪ ਆਫ ਗ੍ਰਾਮਰ ਲੇ ਸਟ੍ਰੈਸ ਔਨ ਫਾਰਮ ਆਫ ਗ੍ਰਾਮਰ? ਡਿਸਕ੍ਰਿਪਟਿਵ ਗ੍ਰਾਮਰ, ਪ੍ਰਿਸਕ੍ਰਿਪਟਿਵ, ਜਾਂ ਬੋਥ ਏ ਐਂਡ ਬੀ। ਸੋ ਇਹਦਾ ਆਨਸਰ ਹੈ ਜੀ ਆਪਸ਼ਨ ਨੰਬਰ ਬੀ, ਪ੍ਰਿਸਕ੍ਰਿਪਟਿਵ ਗ੍ਰਾਮਰ। Which of these is the most appropriate sequence for teaching grammar in class? Example, practice, rule, worksheet. Examples, comparison, rule या practice. Rules, example, practice, homework या examples, worksheet, corrections and rules. So 50 ਦਾ ਜਿਹੜਾ ਸੋ 50 ਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਸੈਕਿੰਡ, ਆਪਸ਼ਨ ਨੰਬਰ ਬੀ। ਅਗਲਾ ਕੁਐਸਚਨ ਹੈ ਜੀ, ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਫਾਲਸ? ਸੋ ਲੈਂਗੁਏਜ ਇਜ਼ ਨਾਟ ਜਸਟ ਪੇਅਰਿੰਗ ਆਫ ਗ੍ਰਾਮਰ ਐਂਡ ਡਿਕਸ਼ਨਰੀ, ਲੈਂਗੁਏਜ ਇਜ਼ ਕੌਨਸਟੈਂਟਲੀ ਚੇਂਜਿੰਗ, ਆਲ ਲੈਂਗੁਏਜਿਜ਼ ਹੈਵ ਵੋਵਲ ਐਂਡ ਕੌਨਸੋਨੈਂਟ, ਜਾਂ ਵੀ ਸ਼ੁੱਡ ਟੀਚ ਸਟੂਡੈਂਟ ਅਬਾਊਟ ਦਾ ਗ੍ਰਾਮਰ। ਸੋ ਡੀ ਆਪਸ਼ਨ ਹੈ ਜਿਹੜਾ ਇਹਦਾ ਸਹੀ ਜਵਾਬ ਹੈ। ਫॉर ਟੀਚਿੰਗ ਗ੍ਰਾਮਰ ਦਾ ਬੈਸਟ ਗ੍ਰਾਮਰ ਦੈਟ ਟੀਚਰ ਕੈਨ ਯੂਜ਼ ਇਜ਼ ਏ ਟ੍ਰਡੀਸ਼ਨਲ ਗ੍ਰਾਮਰ, ਬੀ ਮੋਡਰਨ ਗ੍ਰਾਮਰ, ਸੀ ਪੈਡਾਗੋਜਿਕ ਗ੍ਰਾਮਰ, ਜਾਂ ਡੀ ਨੋ ਗ੍ਰਾਮਰ ਇਜ਼ ਨੀਡਿਡ। ਸੋ 51 ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਸੀ, ਪੈਡਾਗੋਗਿਕ ਗ੍ਰਾਮਰ। ਸੋ ਅਗਲਾ ਕੁਐਸਚਨ ਹੈ ਜੀ, ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ? ਮਦਰ ਟੰਗ ਕੈਨ ਬੀ ਯੂਜ਼ਡ ਐਜ਼ ਮੀਡੀਅਮ ਟੂ ਟੀਚ ਇੰਗਲਿਸ਼ ਲੈਂਗੁਏਜ, ਅਸੈਸਮੈਂਟ ਆਫ ਲੈਂਗੁਏਜ ਪ੍ਰੋਫੀਸ਼ੈਂਸੀ ਸ਼ੁੱਡ ਬੀ ਹੋਲਿਸਟਿਕ, ਜਾਂ ਫੋਕਸਡ ਲਿਸਨਿੰਗ ਇਜ਼ ਆਲਸੋ ਕਾਲਡ ਇੰਟੈਂਸ ਲਿਸਨਿੰਗ, ਜਾਂ ਇੰਗਲਿਸ਼ ਡਜ਼ਨਟ ਹੈਵ ਅ ਰਿਜਿਡ ਸਿਸਟਮ ਆਫ ਸਟ੍ਰੈਸ ਪੈਟਰਨਿੰਗ, ਔਰ ਸਮ ਲੈਂਗੁਏਜਿਜ਼ ਹੈਵ। ਸੋ ਫਸਟ ਆਪਸ਼ਨ ਜਿਹੜੀ ਇਹ ਬਿਲਕੁਲ ਇਹਦਾ ਸਹੀ ਜਵਾਬ ਹੈ। ਠੀਕ ਹੈ ਜੀ। ਸੋ ਅਗਲਾ ਕੁਐਸਚਨ ਹੈ ਜੀ, ਪ੍ਰੈਕਟਿਸ ਆਫ ਗ੍ਰਾਮੈਟੀਕਲ ਸਟਰਕਚਰ ਇਨ ਅ ਕੰਟਰੋਲਡ ਮੈਨਰ ਕੈਨ ਬੀ ਡਨ ਬਾਏ ਕਰੈਕਟਿੰਗ ਰੋਂਗ ਸੈਂਟੈਂਸ ਪ੍ਰੋਡਿਊਸਡ ਬਾਏ ਲਰਨਰ, ਗੈਪ ਫਿਲਿੰਗ ਗ੍ਰਾਮਰ ਐਕਸਰਸਾਈਜ਼ਿਜ਼, ਰਾਈਟਿੰਗ ਪੈਰਾਗ੍ਰਾਫ ਐਂਡ ਐਸੇ, ਜਾਂ ਐਕਸਪਲੇਨਿੰਗ ਦਾ ਯੂਜ਼ ਆਫ ਪਰਟੀਕੂਲਰ ਸਟਰਕਚਰ। ਸੋ ਇਹਦਾ ਆਨਸਰ ਹੈ ਜੀ ਬੀ ਆਪਸ਼ਨ ਸਹੀ ਹੈ ਜੀ, ਗੈਪ ਫਿਲਿੰਗ ਗ੍ਰਾਮਰ। ਸੋ 53rd ਕੁਐਸਚਨ ਹੈ ਜੀ, कि the major difference between article and speech is more formal, speech is more informal, speech is more descriptive, ਜਾਂ all of these। so ਜਿਹੜਾ ਇਹਦਾ ਸਹੀ ਆਨਸਰ ਹੈ ਉਹ ਜੀ ਆਪਸ਼ਨ ਨੰਬਰ ਫਸਟ, speech is more formal। 61 ਕੁਐਸਚਨ ਦੇਖਦੇ ਹਾਂ ਜੀ, which of the following statement is not true about language? Language is not a outcome of the culture to which it belongs. Language is a skill and it has to be acquired. The system of language consists of sounds, structure and item of vocabulary.
ਜਾਂ ਦ ਸਿੰਬਲਸ ਆਫ ਅ ਲੈਂਗੁਏਜ ਆਜ਼ ਆਰਬਿਟਰੀ। ਠੀਕ ਹੈ ਜੀ। ਸੋ ਇਹਦਾ ਜਿਹੜਾ ਸਹੀ ਆਨਸਰ ਹੈ ਆਪਸ਼ਨ ਨੰਬਰ ਫਸਟ ਜਿਹੜੇ ਹੈ ਬਿਲਕੁਲ ਸਹੀ ਜਵਾਬ ਹੈ। ਸੋ ਅੱਜ ਦੀ ਇਸ ਵੀਡੀਓ ਦਾ ਲਾਸਟ ਕੁਐਸਚਨ ਕਿ ਫਾਈਂਡ ਦਾ ਵਰਡ ਨੀਅਰੈਸਟ ਟੂ ਮੀਨਿੰਗ ਰਿਮੋਰਸ। ਰਿਮੋਰਸ ਦਾ ਜਿਹੜਾ ਕਿ ਨੀਅਰੈਸਟ ਜਿਹੜਾ ਮੀਨਿੰਗ ਹੈ ਕੋਈ ਜਿਹੜਾ ਹੋਰ ਸ਼ਬਦ ਹੈ ਉਹ ਕੀ ਹੋ ਸਕਦਾ ਹੈ। ਸੋ ਇਹਦਾ ਜਿਹੜਾ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਜਿਹੜਾ ਇਹਦਾ ਸੀ ਹੈ ਉਹ ਸਹੀ ਆਨਸਰ ਹੋਵੇਗਾ। ਠੀਕ ਹੈ ਜੀ। ਪੈਨੀਟੈਂਟ ਆਪਸ਼ਨ ਨੰਬਰ ਸੀ ਜਿਹੜਾ ਇਹਦਾ ਬਿਲਕੁਲ ਸਹੀ ਜਵਾਬ ਹੈ। ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਇਹਦੇ ਹੋਰ ਕੁਐਸਚਨਸ ਜਿਹੜੇ ਆਪਾਂ ਲੈ ਕੇ ਆਵਾਂਗੇ। ਉਮੀਦ ਹੈ ਤੁਸੀਂ ਵੀਡੀਓ ਦੇ ਅਖੀਰ ਤੱਕ ਜਿਹੜਾ ਬਣੇ ਰਹੇ ਹੋਵੋਗੇ। ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।